ਬੱਚੀਆਂ ਵੀ ਨੇ ਉਮਰ ਜਵਾਨੀ ਰੰਗਲੀ ਸਾਰੀ ਲੰਗੀ ਮਗਰ ਸਲਾਖਾਂ ਦੇ ਸਾਡੇ ਹਿੱਸੇ ਦਾ ਚਾਨਣ ਸਾਨੂੰ ਲੱਭਿਆ ਵਿੱਚ ਸੁਰਾਖਾਂ ਦੇ। ਲੋਕੀ ਨਦੀਆਂ ਵਿੱਚ ਭਾਵੇਂ ਲੱਖ ਤੈਰਨ, ਅਸੀਂ ਲਹੂ ਵਿੱਚ ਲਾਈਆਂ ਤਾਰੀਆਂ ਨੇ। ਲੋਕੀ ਐਵੇਂ ਹੀ ਨਹੀਂ ਸਾਨੂੰ ਸਰਦਾਰ ਕਹਿੰਦੇ, ਸਿਰ ਦੇ ਕੇ ਲਈਆਂ ਸਰਦਾਰੀਆਂ ਨੇ। ਇਹ ਵੇਲਾ ਜੋ ਹੈ ਇਹ ਵੇਲਾ ਤੇਗਾ ਚੁੱਕਣ ਦਾ ਨਹੀਂ, ਮੁੜ ਜਫਰਨਾਮਿਆਂ ਨੂੰ ਲਿਖਣ ਦਾ ਹੈ। ਬੇਟੇ ਇਹ ਕਹਿੰਦੇ ਆ ਵੀ ਇਹ ਮੋਰਚਾ ਜਿਹੜਾ ਹੈਗਾ ਏ ਇਹ ਖਾਲਸੇ ਦਾ ਮੋਰਚਾ ਏ, ਤੇ ਜੇ ਕੋਈ ਆ ਕੇ ਵਧੀਕੀ ਕਰੂੰਗਾ ਤਾਂ ਇਹ ਨਹੀਂ ਹੋਊਗਾ ਵੀ ਸ਼ਾਂਤੀ ਹੀ ਰਹੀਏ। ਫੌਜਾਂ ਵੀ ਲੱਗੀਆਂ ਹੋਈਆਂ ਵੀ ਅਸੀਂ ਪਹਿਲ ਕਰਨੀ ਨਹੀਂ, ਵਧੀਕੀ ਅਸੀਂ ਸਹਿਣੀ ਨਹੀਂ। ਅਗਰ ਕੋਈ ਸਾਡੇ ਵਜੂਦ ਤੇ ਹਮਲਾ ਕਰੇਗਾ ਤੇ ਅਸੀਂ ਡਟ ਕੇ ਉਹਦਾ ਮੁਕਾਬਲਾ ਕਰਾਂਗੇ। ਮੰਨਦੇ ਹੋ ਜੀ ਵੀ ਜਿਹੜੀ ਇਹ ਆਪਾਂ ਅੱਜ ਇੱਥੇ ਮੋਰਚਾ ਲੱਗਿਆ ਤਾਂ ਇਹ ਸਿੱਖ ਲੀਡਰਸ਼ਿਪ ਦੀ ਨਲਾਇਕੀ ਦਾ ਨਤੀਜਾ। ਬਿਲਕੁਲ ਤੇਰੀ ਹਿੱਕ ਉੱਤੇ ਖੜ ਕੇ ਜੈਕਾਰੇ ਲਾਉਣਗੇ, ਸਾਡੀ ਹੌਸਲਾ ਅਫਜ਼ਾਈ ਅਸਮਾਨ ਕਰੂਗਾ। ਕਿ ਅਸੀਂ ਜਿਵੇਂ ਕਿਸਾਨ ਮੋਰਚੇ ਵਿੱਚ ਵੀ ਆਪਣੇ ਸਾਰੇ ਹੱਕ ਵਾਪਸ ਲੈ ਕੇ ਗਏ ਸੀ, ਉੱਦਾਂ ਇੱਦਾਂ ਵੀ ਇਹ ਸਕਸੈਸ ਹੋਏਗਾ। ਲਈ ਸਾਡੀ ਜਿਹੜੀ ਗਲਤੀ ਹੈ ਸਾਡੇ ਲੀਡਰਸ਼ਿਪ ਦੀ ਹੈ। ਅੱਜ 2023 ਹੋ ਗਿਆ, ਅੱਜ ਤੱਕ ਇਹ ਸਭ ਲੋਕ ਇਕੱਠੇ ਕਿਉਂ ਨਹੀਂ ਹੋਏ? ਅੱਜ ਪੰਜਾਬ ਨੂੰ ਦੁਨੀਆ ਭਰ ਵਿੱਚ ਉਸ ਦੀ ਪੱਗ ਦੇ ਨਾਲ ਤੇ ਸੇਵਾ ਦੇ ਨਾਲ ਜਾਣਿਆ ਜਾਂਦਾ ਹੈ। ਲੇਕਿਨ ਮੈਂ ਫਿਰ ਕਹਿਣਾ ਚਾਹਾਂਗਾ, ਜੇ ਸਿੱਖ ਲੀਡਰਸ਼ਿਪ ਜਰਾ ਜੀ ਵੀ ਕੌਮ ਪ੍ਰਤੀ ਇਮਾਨਦਾਰ ਹੋ ਜਾਵੇ ਤੇ ਸਿੱਖਾਂ ਨੂੰ ਇਹ ਦਿਨ ਨਾ ਦੇਖਣਾ ਪਵੇ। ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਦੇ ਵਿੱਚ ਜਿੱਥੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਤਾਂ ਆ ਰਹੀਆਂ ਨੇ, ਉੱਥੇ ਪੰਜਾਬ ਤੋਂ ਬਾਹਰ ਤੋਂ ਵੀ ਜਿਹੜੇ ਸਿੱਖ ਸੰਗਤ ਹੈਗੀ ਆ ਉਹ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰ ਰਹੀ ਹੈ। ਤਾਂ ਦਿੱਲੀ ਤੋਂ ਚੱਲ ਕੇ ਇਸ ਮੋਰਚੇ ਦੇ ਵਿੱਚ ਇੱਕ ਪਰਿਵਾਰ ਪੁੱਜਿਆ ਹੈ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ ਸਿੰਘ ਸਾਹਿਬ? ਦਾਸ ਬਲਦੇਵ ਸਿੰਘ ਦਿੱਲੀ ਤੋਂ ਜੀ। ਕਿਸ ਤਰ੍ਹਾਂ ਦੇਖਦੇ ਹੋ ਦਿੱਲੀ ਤੋਂ ਤੁਹਾਨੂੰ ਪੰਜਾਬ ਆਉਣਾ ਪਿਆ ਜੀ ਬੰਦੀ ਸਿੰਘਾਂ ਦੀ ਖਾਤਰ ਜੀ? ਇਸ ਤਰ੍ਹਾਂ ਇਹ ਸਾਡਾ ਸਾਂਝਾ ਫਰਜ਼ ਹੈਗਾ, ਕਿਉਂਕਿ ਅਸੀਂ ਦੇਖਿਆ ਹੈ ਕਿ ਸਰਕਾਰਾਂ ਕਦੀ ਵੀ ਪਿਆਰ ਦੀ ਭਾਸ਼ਾ ਨਹੀਂ ਸਮਝਦੀਆਂ। ਕਿਉਂਕਿ ਹੁੰਦਾ ਕੀ ਹੈ, ਲੋਕੀ ਨਦੀਆਂ ਵਿੱਚ ਭਾਵੇਂ ਲੱਖ ਤੈਰਨ, ਅਸੀਂ ਲਹੂ ਵਿੱਚ ਲਾਈਆਂ ਤਾਰੀਆਂ ਨੇ। ਲੋਕੀ ਐਵੇਂ ਹੀ ਨਹੀਂ ਸਾਨੂੰ ਸਰਦਾਰ ਕਹਿੰਦੇ, ਸਿਰ ਦੇ ਕੇ ਲਈਆਂ ਸਰਦਾਰੀਆਂ ਨੇ। ਇਹ ਕੌਮੀ ਇਨਸਾਫ ਮੋਰਚੇ ਦੇ ਵਿੱਚ ਸਾਨੂੰ ਵੱਧ ਚੜ ਕੇ ਹਾਜ਼ਰੀ ਭਰਨੀ ਚਾਹੀਦੀ ਹੈ, ਤਾਂ ਕਿ ਸਿੱਖਾਂ ਨੂੰ ਜੋ ਉਹਨਾਂ ਦੇ ਨਾਲ ਜੋ ਧੱਕਾ ਹੋ ਰਿਹਾ ਹੈ, ਜੋ ਕਾਨੂੰਨਾਂ ਦਾ ਗਲਤ ਇਸਤੇਮਾਲ ਕਰਕੇ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਕਿਉਂਕਿ ਪਿੱਛੇ ਅਸੀਂ ਦੇਖਿਆ ਜਿਸ ਤਰੀਕੇ ਦੇ ਨਾਲ ਕਿਸਾਨ ਮੋਰਚਾ ਜਦ ਲੱਗਾ ਔਰ ਜਦ ਡਟਿਆ ਤੇ ਜਿੱਤ ਪ੍ਰਾਪਤ ਕੀਤੀ, ਸਾਨੂੰ ਅੱਜ ਇਹ ਸੁਨੇਹਾ ਦੇਣਾ ਹੈ ਸੰਗਤਾਂ ਨੂੰ ਕਿ ਆਪ ਜੀ ਵੱਧ ਚੜ ਕੇ ਇਸ ਕੌਮੀ ਇਨਸਾਫ ਮੋਰਚੇ ਵਿੱਚ ਹਾਜ਼ਰੀਆਂ ਭਰੋ ਅਤੇ ਕੰਧੇ ਨਾਲ ਕੰਧਾ ਮਿਲਾ ਕੇ ਇੱਕ ਅਜਿਹੀ ਆਵਾਜ਼ ਚੁੱਕੋ, ਕਿਉਂਕਿ ਸਾਨੂੰ ਜੋ ਗੁਰੂ ਸਾਹਿਬਾਨਾਂ ਨੇ ਗੁੜਤੀ ਦਿੱਤੀ ਹੈ। ਕਿਉਂਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ 239 ਸਾਲ ਦਾ ਇਤਿਹਾਸ, ਰਬਾਬ ਤੋਂ ਲੈ ਕੇ ਨਗਾੜੇ ਤੱਕ ਦਾ ਇਤਿਹਾਸ ਹੈ। ਜਦ ਮਨ ਦੀ ਸ਼ਾਂਤੀ ਚਾਹੀਦੀ ਹੋਵੇ ਤੇ ਅਸੀਂ ਰਬਾਬ ਵਜਾਉਂਦੇ ਹਾਂ, ਲੇਕਿਨ ਜਦ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇ ਤੇ ਅਸੀਂ ਨਗਾੜਾ ਵੀ ਵਜਾਉਂਦੇ ਹਾਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਫਰਮਾਨ ਦਿੱਤਾ ਹੈ, ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੇ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਫਰਮਾਇਆ ਹੈ, ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ, ਹੋ ਸਬਨਾ ਕੀ ਰਹਿਣ ਕਾ ਤੋ ਆਓ ਹਮਾਰੇ ਪਾਸ। ਸੋ ਸਾਨੂੰ ਵੱਧ ਚੜ ਕੇ ਅਜਿਹੇ ਮੋਰਚੇ ਵਿੱਚ, ਕਿਉਂਕਿ ਅੱਜ ਬੰਦੀ ਸਿੰਘ ਜੋ ਕਿ 25-25 ਸਾਲ 28-28 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਪਏ ਹਨ, ਇੱਕ ਪਾਸੇ ਬਾਬਾ ਰਾਮ ਰਹੀਮ ਦੇ ਲਈ ਕਾਨੂੰਨ ਹੈ ਕਿ ਉਸ ਨੂੰ ਪੈਰੋਲ ਵੀ ਮਿਲ ਰਹੀ ਹੈ, ਉਹ ਪੈਰੋਲ ਤੇ ਛੁੱਟ ਕੇ ਵੀਡੀਓ ਬਣਾ ਰਿਹਾ, ਸਤਸੰਗ ਕਰ ਰਿਹਾ, ਸਭ ਕੁਝ ਕਰ ਰਿਹਾ ਹੈ ਔਰ ਇੱਥੋਂ ਤੱਕ ਕਿ ਦਵੇਸ਼ ਵੀ ਫੈਲਾ ਰਿਹਾ ਹੈ, ਲੇਕਿਨ ਉਸ ਦੇ ਉੱਪਰ ਕੋਈ ਕਾਰਵਾਈ ਨਹੀਂ। ਉੱਥੇ ਹੀ ਜਦ ਬੰਦੀ ਸਿੰਘਾਂ ਨੂੰ ਜੇ ਕਿਤੇ ਬਹੁਤ ਜ਼ਰੂਰੀ ਹੋਵੇ, ਪੈਰੋਲ ਮਿਲਦੀ ਵੀ ਹੈ, ਤੇ ਉਹਨਾਂ ਨੂੰ ਸੰਗਲਾਂ ਵਿੱਚ ਬੰਨ੍ਹ ਕੇ ਇਸ ਤਰੀਕੇ ਦੇ ਨਾਲ ਬਾਹਰ ਲੈ ਕੇ ਆਇਆ ਜਾਂਦਾ ਹੈ ਕਿ ਜੋ ਪਤਾ ਲੱਗਦਾ ਹੈ ਕਿ ਸਿੱਖਾਂ ਦੇ ਨਾਲ ਕਿਸ ਤਰੀਕੇ ਨਾਲ ਬੇਇਨਸਾਫੀ ਹੋ ਰਹੀ ਹੈ। ਜਿਹੜੀ ਤੁਸੀਂ ਰਾਮ ਰਹੀਮ ਦੀ ਗੱਲ ਕੀਤੀ ਹੈ ਜੀ, ਤਾਂ ਸਰਕਾਰਾਂ ਨੂੰ ਲੱਗਦਾ ਹੋਣਾ ਵੀ ਇੱਕ ਬਲਾਤਕਾਰੀ ਹੈ ਚਾਹੇ ਉਹ, ਪਰ ਰਾਮ ਰਹੀਮ ਦੇ ਜਿਹੜੇ ਪੈਰੋਕਾਰ ਹੈ ਬੇਸ਼ੱਕ ਉਹ ਬਲਾਤਕਾਰੀ ਆ, ਉਹਦੇ ਨਾਲ ਜੁੜੇ ਹੋਏ ਆ ਵੀ ਸਾਡੀਆਂ ਵੋਟਾਂ ਨੇ, ਤਾਂ ਫਿਰ ਅਸੀਂ ਇਹ ਮੰਨੀਏ ਵੀ ਸਰਕਾਰਾਂ ਇਹਨਾਂ ਨੂੰ ਤਾਂ ਨਹੀਂ ਛੱਡ ਰਹੀ, ਕਿਉਂਕਿ ਕੋਈ ਵੀ ਕੰਮ ਸਰਕਾਰ ਕਰਦੀ ਹੈ ਕਹਿੰਦੇ ਵੋਟ ਦੇ ਸਵਾਰਥ ਲਈ ਕਰਦੀ ਹੈ ਜੀ। ਵੀ ਜੇ ਬੰਦੀ ਸਿੰਘ ਨਹੀਂ ਛੱਡੇ ਜਾ ਰਹੇ ਤਾਂ ਸਾਡੇ ਸਿੱਖ ਸੰਗਤਾਂ ਹੀ ਇਹਨਾਂ ਦੇ ਨਾਲ ਨਹੀਂ ਅਟੈਚ ਹੈਗੀ, ਤਾਂ ਇਹ ਮੰਨੀਏ ਜੀ ਫਿਰ ਆਪਾਂ।
ਨਹੀਂ, ਇਹਨੂੰ ਇਸ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਕਿਉਂਕਿ ਟਾਈਮ ਦੇ ਨਾਲ ਕਈ ਵਾਰੀ ਐਵੇਂ ਹੁੰਦਾ ਹੈ ਕਿ ਜੋ ਸਿੱਖ ਨੇ ਇੱਕ ਛੋਟੀ ਜਿਹੀ ਗਲਤੀ ਜ਼ਰੂਰ ਕਰਦੇ ਨੇ ਔਰ ਉਹੀ ਛੋਟੀ ਜਿਹੀ ਗਲਤੀ ਇੰਨੀ ਵੱਡੀ ਬਣ ਜਾਂਦੀ ਹੈ ਕਿਉਂਕਿ ਜੋ ਸਿੱਖ ਕੌਮੀ ਵਿਰਸਾ ਹੈ ਉਹ ਇਤਨਾ ਮਹਾਨ ਹੈ, ਲੇਕਿਨ ਦੂਜੇ ਪਾਸੇ ਜੋ ਸਿੱਖ ਲੀਡਰਸ਼ਿਪ ਹੈ ਉਹ ਸਰਕਾਰਾਂ ਦੇ ਤਲਵੇ ਜ਼ਰੂਰ ਚੱਟ ਲੈਂਦੀ ਹੈ, ਲੇਕਿਨ ਜਿੱਥੇ ਜ਼ਰੂਰੀ ਮੰਗਾਂ ਹੁੰਦੀਆਂ ਹਨ ਉਸ ਨੂੰ ਪੂਰਾ ਨਹੀਂ ਕਰਵਾ ਪਾਉਂਦੀਆਂ। ਜਿਸ ਦਿਨ ਸਾਡੀ ਸਿੱਖ ਲੀਡਰਸ਼ਿਪ ਆਪਣੀ ਮੰਗਾਂ ਮੰਗਵਾਉਣ ਦੇ ਲਈ ਡਟਣੀ ਸ਼ੁਰੂ ਹੋ ਗਈ ਤੇ ਸਾਰੀਆਂ ਮੰਗਾਂ ਵੀ ਮੰਨੀਆਂ ਜਾਣਗੀਆਂ, ਸਭ ਕੁਝ ਹੋ ਜਾਏਗਾ। ਇਹ ਫਿਰ ਮੰਨਦੇ ਹੋ ਜੀ ਵੀ ਜਿਹੜੀ ਇਹ ਆਪਾਂ ਅੱਜ ਇੱਥੇ ਮੋਰਚਾ ਲੱਗਿਆ ਹੈ ਤਾਂ ਇਹ ਸਿੱਖ ਲੀਡਰਸ਼ਿਪ ਦੀ ਨਲਾਇਕੀ ਦਾ ਨਤੀਜਾ? ਬਿਲਕੁਲ, ਇੱਕੋ ਇੱਕ ਜੋ ਕਾਰਨ ਹੈ ਸਿੱਖ ਲੀਡਰਸ਼ਿਪ ਦੀ ਨਾਕਾਮੀ ਦਾ ਹੈ ਔਰ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੀ ਸਿੱਖ ਲੀਡਰਸ਼ਿਪ ਨੂੰ ਜਗਾਈਏ ਕਿਉਂਕਿ ਜੋ ਸਾਨੂੰ ਮਹਾਨ ਵਿਰਸਾ ਮਿਲਿਆ ਹੈ, ਜੋ ਸਾਨੂੰ ਮਹਾਨ ਜੋ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹਨ, ਚਾਹੇ ਉਹ ਅੰਗਰੇਜ਼ਾਂ ਦੇ ਸਾਹਮਣੇ ਹੋਣ, ਚਾਹੇ ਉਹ ਮੁਗਲਾਂ ਦੇ ਸਾਹਮਣੇ ਹੋਣ ਤੇ ਚਾਹੇ ਅੱਜ ਦੀਆਂ ਸਰਕਾਰਾਂ ਦੇ ਸਾਹਮਣੇ ਹੋਣ, ਚਾਹੇ 47 ਦਾ ਵੰਡ ਹੋਵੇ, ਚਾਹੇ 84 ਦੇ ਨਰਸੰਹਾਰ ਹੋਵੇ, ਕਤਲੇਆਮ ਹੋਵੇ, ਚਾਹੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਵੀ ਅੱਜ ਪੰਜਾਬ ਕਿਤਨੇ ਤੋਂ ਕਿਤਨਾ ਰਹਿ ਗਿਆ ਹੈ ਇਹ ਪੂਰੀ ਦੁਨੀਆ ਜਾਣਦੀ ਹੈ। ਅੱਜ ਪੰਜਾਬ ਨੂੰ ਦੁਨੀਆ ਭਰ ਵਿੱਚ ਉਸ ਦੀ ਪੱਗ ਦੇ ਨਾਲ ਤੇ ਸੇਵਾ ਦੇ ਨਾਲ ਜਾਣਿਆ ਜਾਂਦਾ ਹੈ, ਲੇਕਿਨ ਮੈਂ ਫਿਰ ਕਹਿਣਾ ਚਾਹਾਂਗਾ ਜੇ ਸਿੱਖ ਲੀਡਰਸ਼ਿਪ ਜਰਾ ਜੀ ਵੀ ਕੌਮ ਪ੍ਰਤੀ ਇਮਾਨਦਾਰ ਹੋ ਜਾਵੇ ਤੇ ਸਿੱਖਾਂ ਨੂੰ ਇਹ ਦਿਨ ਨਾ ਦੇਖਣਾ ਪਵੇ। ਬਿਲਕੁਲ ਜੀ। ਸੋ ਬੇਟੀਆਂ ਵੀ ਜਿਹੜੀਆਂ पंथ की जीत नहीं करेगा खालसा, नहीं डरेगा खालसा, बंदी सिंह रिहा करो, बंदी सिंह रिहा करो, बंदी सिंह रिहा करो। ਕਿੱਥੋਂ ਮਾਤਾ ਜੀ ਤੁਸੀਂ? ਅਸੀਂ ਜੀ ਜੀਰਕਪੁਰ ਤੋਂ। ਜ਼ੀਰਕਪੁਰ ਤੋਂ। ਤੇ ਕਿਵੇਂ ਵੇਖਦੇ ਹੋ ਜੀ ਮੋਰਚੇ ਨੂੰ? ਮੋਰਚੇ ਨੂੰ ਦੇਖ ਕੇ ਬਹੁਤ ਦੁੱਖ ਲੱਗਦਾ ਹੈ। ਜਿਹੜੇ ਸਾਡੇ ਵੀਰ ਬੱਚੇ ਇੰਨੀ ਦੇਰ ਤੋਂ ਆਪਣੀਆਂ ਸਜ਼ਾਵਾਂ ਭੁਗਤ ਰਹੇ ਨੇ, ਉਹਨਾਂ ਨੂੰ ਜਾਣ ਕੇ ਬੱਚਿਆਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਵੀ ਬੜਾ ਹੀ ਦੁੱਖ ਲੱਗਦਾ ਵੀ ਕਿ ਸਾਡੇ ਬੱਚਿਆਂ ਨੂੰ ਇਹ ਬਈ ਸਾਡੇ ਵੀ ਚਾਚਾ ਮਾਮਾ ਕਿਉਂ ਇਹਨਾਂ ਨੇ ਅੰਦਰ ਕੀਤਾ ਹੋਇਆ ਜਦ ਕਿ ਉਹਨਾਂ ਦਾ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ। ਗਲਤੀ ਕਿਹਦੀ ਹੈ ਜੀ? ਗਲਤੀ ਆਪਣੀ ਕੌਮ ਦੀ ਹੈ। ਕਿਉਂ ਨਹੀਂ ਉੱਠ ਕੇ ਨਾਲ ਇਕਜੁੱਟ ਹੋ ਕੇ ਕੋਈ ਕਿਸੇ ਪਾਸੇ ਚਲਾ ਜਾਂਦਾ, ਕੋਈ ਕਿਸੇ ਪਾਸੇ ਚਲਾ ਜਾਂਦਾ, ਕਰਦੇ ਨਹੀਂ ਅੱਗੇ ਹੋ ਕੇ ਕਰਨ ਤਾਂ ਸਾਰੇ ਸੰਗਤ ਰਲ ਮਿਲ ਕੇ ਜਿਵੇਂ ਹੁਣ ਕਰ ਰਹੇ ਨੇ ਇਹ ਪਹਿਲੇ ਤੋਂ ਹੀ ਕਰਨਾ ਚਾਹੀਦਾ ਸੀ। ਜਿਹੜੇ ਲੀਡਰਾਂ ਦੀਆਂ ਨਲਾਇਕੀਆਂ ਕਰਕੇ ਅੱਜ ਸਾਡੇ ਇਹ ਵੀਰ ਭਰਾ ਸਾਡੇ ਜਿਹੜੇ ਜੀ ਅੱਜ ਅੰਦਰ ਨੇ, ਸਾਡੇ ਪਿਤਾ ਸਮਾਨ ਜਾਂ ਹੋਣਗੇ ਜੀ, ਜਿਹੜੇ ਅੱਜ ਅੰਦਰ ਨੇ ਉੱਥੇ ਜੇਲ੍ਹਾਂ ਦੇ ਵਿੱਚ ਸਜ਼ਾਵਾਂ ਕੱਟ ਰਹੇ ਨੇ, ਉਹ ਜਿਨ੍ਹਾਂ ਲੀਡਰਾਂ ਦੀ ਨਲਾਇਕੀ ਕਰਕੇ, ਤੇ ਉਹਨਾਂ ਲੀਡਰਾਂ ਪਿੱਛੇ ਸਾਡੇ ਪੱਗਾਂ ਵਾਲੇ ਵੀਰ ਤਾਂ ਜਾ ਕੇ ਜਕਾਰੇ ਛੱਡਦੇ ਆ ਜੀ। ਬਿਲਕੁਲ ਜੀ, ਗਲਤ ਗੱਲ ਹੈ, ਬਹੁਤ ਗਲਤ ਗੱਲ ਹੈ। ਆਪਣੇ ਲੀਡਰ ਹਰ ਕੌਮ 'ਚ ਇੱਕ ਕੌਮ ਨੂੰ ਜਾਗਣਾ ਪਏਗਾ। ਹਰ ਕੌਮ 'ਚ ਹੁੰਦਾ ਹੈ ਤਾਂ ਜੀ, ਹਰ ਕੌਮ 'ਚ ਹੁੰਦਾ, ਐਦਾਂ ਤਾਂ ਨਹੀਂ ਕਿ ਹਰ 100% ਲੋਕ ਉੱਦਾਂ ਦੇ ਠੀਕ ਹੋਣ। ਤਾਂ ਇਸ ਕਰਕੇ ਹੁਣ ਜੋ ਆਪਾਂ ਸਾਰੀ ਕੌਮ ਇਕੱਠੀ ਹੋਈ ਹੈ ਤਾਂ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਆਪਣੀ ਸਰਕਾਰ ਦੇ ਖਿਲਾਫ। ਪਰ ਜੇ ਹਰ ਕੌਮ 'ਚ ਹੁੰਦਾ ਤਾਂ ਜੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਮਾਂ ਦੇਖੀਏ ਤਾਂ ਉਸ ਵੇਲੇ ਤਾਂ ਇਹ ਚੀਜ਼ਾਂ ਨਹੀਂ ਸੀਗੀਆਂ ਜੀ। ਅੱਜ ਕੋਈ ਕਿਸੇ ਸੰਪਰਦਾ ਦੇ ਵਿੱਚ ਵੰਡਿਆ ਪਿਆ ਜੀ। ਜਿਵੇਂ ਸਾਡਾ ਸਰਸਾ ਨਦੀ ਤੇ ਪਰਿਵਾਰ ਵਿਛੜਦਾ ਹੈ, ਉਦੋਂ ਤੋਂ ਅਸੀਂ ਸੰਪਰਦਾਵਾਂ 'ਚ ਵਿਛੜ ਗਏ ਵੀਰੇ। ਨਹੀਂ, ਹੁਣ ਆਹੀ ਇੱਕ ਪਹਿਲ ਹੈ, ਸਾਰਿਆਂ ਨੂੰ ਇਕੱਠ ਕਰਨ ਦੀ ਇੱਕ ਪਹਿਲ ਹੈ। ਇਹ ਸਾਰੇ ਇੱਕ ਥਾਂ ਤੇ ਇਕੱਠੇ ਹੋ, ਇੱਕ ਝੰਡੇ ਦੇ ਥੱਲੇ, ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਵੋ ਤਾਂ ਕਿ ਕੁਝ ਆਪਾਂ ਸਰਕਾਰ ਦੇ ਅੱਗੇ ਆਵਾਜ਼ ਉਠਾ ਸਕੀਏ। ਤੁਹਾਨੂੰ ਲੱਗਦਾ ਹੁਣ ਵੀ ਇਕੱਠੇ ਹੋ ਜਾਣਗੇ? ਕੋਈ ਇੱਥੇ ਕੋਈ ਉਵੇਂ ਦਾ ਲੀਡਰ ਆਉਂਦਾ ਜੀ ਉਹਦਾ ਜਦੇ ਬਾਈਕਾਟ ਕਰ ਦਿੰਦੇ, ਵਿਰੋਧ ਹੁੰਦਾ ਜੀ ਇੱਥੇ? ਨਹੀਂ, ਹਰ ਚੀਜ਼ ਦੀ ਸਟਾਰਟ ਹੁੰਦੀ ਹੈ ਜੀ, ਬੰਦਾ ਗਲਤੀਆਂ ਤੋਂ ਸਿੱਖਦਾ, ਹੌਲੀ ਹੌਲੀ ਇੰਪਰੂਵਮੈਂਟ ਹੋਊਗੀ ਤਾਂ ਰੱਬ ਰਾਖਾ ਬਾਕੀ। ਜੀ ਬਿਲਕੁਲ। ਸੋ ਇਹ ਬੱਚੀਆਂ ਵੀ ਨੇ, ਉਮਰ ਜਵਾਨੀ ਰੰਗਲੀ ਸਾਰੀ ਲੰਗੀ ਮਗਰ ਸਲਾਖਾਂ ਦੇ, ਸਾਡੇ ਹਿੱਸੇ ਦਾ ਚਾਨਣ ਸਾਨੂੰ ਲੱਭਿਆ ਵਿੱਚ ਸੁਰਾਖਾਂ ਦੀ। ਸੋ ਕੀ ਨਾਮ ਤੁਹਾਡਾ? ਹਾਂਜੀ, ਮੇਰਾ ਨਾਮ ਜਪਲੀਨ ਕੌਰ ਹੈ। ਸਾਡਾ ਪਰਿਵਾਰ ਦਿੱਲੀ ਤੋਂ ਆਇਆ ਹੈ ਤੇ ਅਸੀਂ ਇਹ ਪੋਸਟਰਸ ਰਾਹੀਂ ਸਾਰੀ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਨੇ ਉਹ ਆਪਣੀ ਸਜ਼ਾ ਪੂਰੀ ਵੀ ਕਰ ਚੁੱਕੇ ਨੇ ਤੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇਹ ਕਲੀਅਰਲੀ ਹਿਊਮਨ ਰਾਈਟਸ ਦਾ ਵਾਇਲੇਸ਼ਨ ਹੈ ਤੇ ਅੱਜ ਸਾਡੀ ਕੌਮ ਨੂੰ ਜ਼ਰੂਰਤ ਹੈ ਕਿ ਸ਼ਾਂਤਮਈ ਪ੍ਰੋਟੈਸਟ ਕਰਨ, ਸਾਰਾ ਯੂਥ ਇਕੱਠਾ ਹੋਵੇ ਅਤੇ ਆਪਣੀ ਗੱਲ ਵੱਡੇ ਫੋਰਮ ਤੱਕ, ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾਉਣ ਤਾਂ ਕਿ UN ਵੀ ਸਾਡੇ ਇਹ ਹਿਊਮਨ ਰਾਈਟਸ ਵਾਇਲੇਸ਼ਨ ਦੇ ਵਿਰੁੱਧ ਕੁਝ ਐਕਸ਼ਨ ਲਵੇ। ਇਹ ਵੇਲਾ ਜੋ ਹੈ, ਇਹ ਵੇਲਾ ਤੇਗਾ ਚੁੱਕਣ ਦਾ ਨਹੀਂ, ਮੁੜ ਜ਼ਫਰਨਾਮਿਆਂ ਨੂੰ ਲਿਖਣ ਦਾ ਹੈ। ਜਿਵੇਂ ਕਿ ਅਸੀਂ ਫਾਰਮਰਸ ਪ੍ਰੋਟੈਸਟ ਦੇ ਟਾਈਮ ਸ਼ਾਂਤਮਈ ਤਰੀਕੇ ਨਾਲ ਸਾਰੇ ਲੋਕਾਂ ਨੇ ਸਿੰਘੂ ਬਾਰਡਰ ਤੇ ਬਹਿ ਕੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਈ ਤੇ ਉਸ ਦਾ ਨਤੀਜਾ ਵੀ ਇਹ ਨਿਕਲਿਆ ਕਿ ਸਾਡੀਆਂ ਮੰਗਾਂ ਪੂਰੀਆਂ ਹੋਈਆਂ। ਉਸੇ ਤਰ੍ਹਾਂ ਹੁਣ ਫਿਰ ਸਾਰਿਆਂ ਨੂੰ ਇਕਜੁੱਟ ਹੋ ਕੇ
ਸ਼ਾਂਤਮਈ ਤਰੀਕੇ ਨਾਲ ਇਹ ਪ੍ਰੋਟੈਸਟ ਕਰਨਾ ਚਾਹੀਦਾ ਹੈ ਤਾਂ ਜੋ ਸਾਡੀਆਂ ਮੰਗਾਂ ਪੂਰੀ ਹੋ ਸਕਣ। ਪਰ ਇਹ ਗੱਲ ਇਹ ਵੀ ਆਉਂਦੀ ਹੈ ਵੀ ਬੇਟੇ ਇਹ ਕਹਿੰਦੇ ਆ ਵੀ ਇਹ ਮੋਰਚਾ ਜਿਹੜਾ ਹੈਗਾ ਏ ਇਹ ਖਾਲਸੇ ਦਾ ਮੋਰਚਾ ਏ ਤੇ ਜੇ ਕੋਈ ਆ ਕੇ ਵਧੀਕੀ ਕਰੂੰਗਾ ਤਾਂ ਇਹ ਨਹੀਂ ਹੋਊਗਾ ਵੀ ਸ਼ਾਂਤੀ ਹੀ ਰਹੀਏ, ਫੌਜਾਂ ਵੀ ਲੱਗੀਆਂ ਹੋਈਆਂ ਵੀ ਅਸੀਂ ਪਹਿਲ ਕਰਨੀ ਨਹੀਂ, ਵਧੀਕੀ ਅਸੀਂ ਸਹਿਣੀ ਨਹੀਂ। ਦੇਖੋ ਉਹ ਤੇ ਸਾਡੀ ਕੌਮ ਦਾ ਇਤਿਹਾਸ ਹੈ ਕਿ ਅਗਰ ਕੋਈ ਸਾਡੇ ਵਜੂਦ ਤੇ ਹਮਲਾ ਕਰੇਗਾ ਤੇ ਅਸੀਂ ਡਟ ਕੇ ਉਹਦਾ ਮੁਕਾਬਲਾ ਕਰਾਂਗੇ, ਬਟ ਸਾਡਾ ਬੇਸਿਕਲੀ ਸਾਡਾ ਇਹ ਮੋਟਿਵ ਹੋਣਾ ਚਾਹੀਦਾ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਸਾਰਾ ਯੂਥ ਇਕੱਠਾ ਹੋਵੇ, ਆਪਣੀ ਗੱਲ ਇੰਟਰਨੈਸ਼ਨਲ ਲੈਵਲ ਤੱਕ ਗਵਰਨਮੈਂਟ ਤੱਕ ਪਹੁੰਚਾਵੇ ਤਾਂ ਜੋ ਅਸੀਂ ਲੜਾਈਆਂ ਵਿੱਚ ਨਾ ਪਈਏ ਬਲਕਿ ਸ਼ਾਂਤਮਈ ਤਰੀਕੇ ਨਾਲ ਆਪਣੀ ਮੰਗਾਂ ਪੂਰੀਆਂ ਕਰਵਾਈਏ। ਤੇ ਤੁਸੀਂ ਕੀ ਮੰਨਦੇ ਹੋ ਇਹ ਗਲਤੀ, ਜਿਵੇਂ ਬਾਕੀਆਂ ਨੂੰ ਵੀ ਮੈਂ ਇਹ ਸਵਾਲ ਕੀਤਾ ਤੁਹਾਨੂੰ ਵੀ ਕਰਨਾ, ਕਿਹਦੀ ਗਲਤੀ ਹੈ ਇਹ ਜਿਹੜੇ ਸਾਡੇ ਬੰਦੀ ਸਿੰਘ ਹੁਣ ਤੱਕ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ, ਹਾਲਾਂਕਿ ਸਾਡੀਆਂ ਤਾਂ ਪੰਜਾਬ ਦੇ ਵਿੱਚ ਪੰਥਕ ਸਰਕਾਰਾਂ ਵੀ ਰਹੀਆਂ ਨੇ ਤੇ ਅੰਦਰ ਨੇ ਉਹ? ਬਿਲਕੁਲ ਕਲੀਅਰਲੀ ਸਾਡੀ ਜਿਹੜੀ ਗਲਤੀ ਹੈ ਸਾਡੇ ਲੀਡਰਸ਼ਿਪ ਦੀ ਹੈ। ਅੱਜ 2023 ਹੋ ਗਿਆ, ਅੱਜ ਤੱਕ ਇਹ ਸਭ ਲੋਕ ਇਕੱਠੇ ਕਿਉਂ ਨਹੀਂ ਹੋਏ? ਸਾਰੇ ਇਕੱਠੇ ਹੋ ਕੇ ਸਰਕਾਰਾਂ ਨੂੰ ਬੇਨਤੀ ਕਰਨ ਤੇ ਇਹ ਸਾਡੇ ਯੂਥ ਦੀ ਵੀ ਡਿਊਟੀ ਹੈ ਕਿ ਸਾਰਾ ਇਕੱਠਾ ਹੋਏ ਤਾਂ ਜੋ ਸਾਡੀ ਲੀਡਰਸ਼ਿਪ ਤੇ ਪ੍ਰੈਸ਼ਰ ਪਵੇ ਤੇ ਉਹ ਅੱਗੇ ਸੰਗਤਾਂ ਨੂੰ, ਅੱਗੇ ਸਰਕਾਰਾਂ ਨੂੰ ਬੇਨਤੀ ਕਰਨ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ। ਯੂਥ ਨੂੰ ਕਿਵੇਂ ਵੇਖਦੇ ਹੋ? ਜਿਹੜੇ ਬੱਚੇ ਨੇ ਜਾਂ ਨੌਜਵਾਨ ਨੇ ਜਾਂ ਯੰਗ ਏਜ ਦੇ, ਤਾਂ ਉਹਨਾਂ ਨੂੰ ਜਦੋਂ ਪੁੱਛਦੇ ਆ ਉਹ ਕਹਿੰਦੇ ਹਾਂ ਇੱਕ ਮੋਰਚਾ ਲੱਗਾ ਹੋਇਆ ਉੱਥੇ ਕੋਈ ਬੰਦੀ ਸਿੰਘ ਕਹਿੰਦੇ ਆ, ਤੇ ਉਹਨਾਂ ਨੂੰ ਸਾਡੇ ਬੰਦੀ ਸਿੰਘਾਂ ਬਾਰੇ, ਸਾਡੇ ਇਤਿਹਾਸ ਬਾਰੇ ਹੀ ਨਹੀਂ ਪਤਾ, ਤਾਂ ਕਮੀ ਕਿੱਥੇ ਰਹੀ ਹੈ? ਬਿਲਕੁਲ ਇਹ ਕਮੀ ਹੈ ਕਿ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ, ਆਪਣੇ ਇਤਿਹਾਸ ਬਾਰੇ ਦੱਸਣਾ ਚਾਹੀਦਾ ਹੈ ਤੇ ਯੂਥ ਦੀ ਇਹ ਡਿਊਟੀ ਹੈ ਕਿ ਅੱਜਕੱਲ ਸੋਸ਼ਲ ਮੀਡੀਆ ਜੋ ਹੈ ਇੱਕ ਬਹੁਤ ਸਟਰੋਂਗ ਉਹਨਾਂ ਕੋਲ ਇੱਕ ਪਾਵਰ ਹੈ ਜਿਸ ਦੇ ਥਰੂ ਉਹ ਕਾਫੀ ਸਾਰੀ ਸੰਗਤ ਨੂੰ, ਆਪਣੇ ਕਾਫੀ ਸਾਰੇ ਲੋਕਾਂ ਨੂੰ ਆਪਣੀ ਗੱਲ ਪਹੁੰਚਾ ਸਕਦੇ ਹਨ ਤੇ ਉਹ ਆਪਣੇ ਲੈਵਲ ਤੇ ਜੋ ਜਿੰਨੀ ਵੀ ਕੋਸ਼ਿਸ਼ ਕਰ ਸਕਦਾ ਹੈ ਉਸ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਪਤਾ ਤਾਂ ਚੱਲੇ ਕਿ ਇਹ ਮੋਰਚਾ ਕਿਉਂ ਹੋ ਰਿਹਾ ਹੈ, ਸਾਡੇ ਮੁੱਦੇ ਕੀ ਹਨ। ਤੁਸੀਂ ਕੀ ਪੜ੍ਹਦੇ ਹੋ? ਹਾਂਜੀ ਮੈਂ ਸਟੂਡੈਂਟ ਹਾਂ। ਕਿਹੜੀ ਕਲਾਸ 'ਚ? ਮੈਂ ਗ੍ਰੈਜੂਏਸ਼ਨ ਕੰਪਲੀਟ ਹੋ ਗਈ ਹੈ ਤੇ ਹੁਣ ਮੈਂ ਫੋਰਨ ਲੈਂਗੁਏਜ ਦਾ ਕੋਰਸ ਕਰ ਰਹੀ ਹਾਂ। ਓਕੇ, ਤੇ ਤੁਹਾਡਾ ਨਾਮ ਕੀ ਹੈ ਜੀ? ਸਿਮਰਨਜੀਤ ਕੌਰ। ਸਿਮਰਨਜੀਤ ਕੌਰ। ਤੇਰੀ ਹਿੱਕ ਉੱਤੇ ਖੜ ਕੇ ਜੈਕਾਰੇ ਲਾਉਣਗੇ, ਸਾਡੀ ਹੌਸਲਾ ਅਫਜ਼ਾਈ ਅਸਮਾਨ ਕਰੂਗਾ। ਸਹੀ ਗੱਲ ਹੈ, ਸੱਚ ਹੈ। ਹਾਂਜੀ, ਜਦ ਅਸੀਂ ਸਾਰੇ ਇਕੱਠੇ ਹੋ ਜਾਂਦੇ ਹਾਂ ਤਾਂ ਕੌਮ ਦਾ ਤੁਸੀਂ ਵੇਖ ਹੀ ਸਕਦੇ ਹੋ ਕਿੰਨੀ ਰੌਣਕ ਇੱਥੇ ਲੱਗੀ ਹੋਈ ਹੈ ਤੇ ਕਿੰਨਾ ਜਦ ਅਸੀਂ ਇਕੱਠੇ ਹੋ ਜਾਂਦੇ ਹਾਂ ਤੇ ਸਾਡੀ ਕਿੰਨੀ ਤਾਕਤ ਵੱਧ ਜਾਂਦੀ ਹੈ ਕਿ ਅਸੀਂ ਜਿਵੇਂ ਕਿਸਾਨ ਮੋਰਚੇ ਵਿੱਚ ਵੀ ਆਪਣੇ ਸਾਰੇ ਹੱਕ ਵਾਪਸ ਲੈ ਕੇ ਗਏ ਸੀ, ਇੱਦਾਂ ਵੀ ਇਹ ਸਕਸੈਸ ਹੋਏਗਾ ਤੇ ਇੱਦਾਂ ਹੀ ਤੁਸੀਂ ਵੇਖ ਸਕਦੇ ਹੋ ਕੌਮ ਨੇ ਕਿਵੇਂ। ਕਹਿੰਦੇ ਆ ਵੀ ਜਿਹੜੇ ਪੰਜਾਬ ਦੇ ਬੱਚੇ ਨੇ ਉਹ ਸਿੱਖੀ ਦੇ ਨਾਲ ਜੁੜੇ ਹੋਏ ਆ, ਪਰ ਮੈਨੂੰ ਲੱਗਦਾ ਜਿਹੜੇ ਪੰਜਾਬ ਤੋਂ ਬਾਹਰ ਦੇ ਆ ਉਹ ਸਿੱਖੀ ਦੇ ਨਾਲ ਜ਼ਿਆਦਾ ਜੁੜੇ ਹੋਏ। ਤੁਸੀਂ? ਹਾਂਜੀ, ਸਹੀ ਗੱਲ ਹੈ। ਜਦ ਤੁਸੀਂ ਦੂਰ ਹੋ ਜਾਂਦੇ ਹੋ ਤਾਂ ਤੁਹਾਨੂੰ ਉਸ ਚੀਜ਼ ਦੀ ਕਦਰ ਪਤਾ ਲੱਗਦੀ ਹੈ। ਦੂਰ ਹੋ ਕੇ ਹੁਣ ਤੁਸੀਂ ਪੰਜਾਬ ਦੇ ਵਿੱਚ ਨਹੀਂ ਹੋ, ਦਿੱਲੀ ਦੇ ਵਿੱਚ ਰਹਿ ਕੇ ਕੀ ਕੁਝ ਪੜ੍ਹਦੇ ਹੋ, ਕੀ ਕੁਝ ਸਿੱਖਣਾ ਮੰਗਦੇ ਹੋ ਪੰਜਾਬ ਬਾਰੇ ਜਾਂ ਆਪਣੇ ਇਤਿਹਾਸ ਬਾਰੇ? ਮੈਨੂੰ ਲੱਗਦਾ ਹੈ ਕਿ ਅਸੀਂ ਬੇਸ਼ੱਕ ਜਿੰਨੇ ਮਰਜ਼ੀ ਦੂਰ ਹੋ ਜਾਈਏ ਸਾਨੂੰ ਆਪਣੇ ਇਤਿਹਾਸ ਅਤੇ ਪੰਜਾਬ ਬਾਰੇ ਤੇ ਪਤਾ ਹੋਣਾ ਹੀ ਚਾਹੀਦਾ ਹੈ। ਅਸੀਂ ਦਿੱਲੀ ਤੋਂ ਆਏ ਹਾਂ ਸਪੈਸ਼ਲ ਉਹਨੂੰ ਇਹਦੇ ਵਿੱਚ ਭਾਗੀਦਾਰੀ ਬਣਨ ਲਈ, ਕਿਉਂਕਿ ਸਾਡਾ ਇਹ ਫਰਜ਼ ਹੈ, ਸਾਡਾ ਐਜ਼ ਅ ਯੂਥ, ਐਜ਼ ਅ ਕੌਮ ਦਾ ਮੈਂਬਰ ਹੋਣ ਕਾਰਨ ਇਹ ਸਾਡਾ ਫਰਜ਼ ਹੈ ਕਿ ਅਸੀਂ ਇਹਨੂੰ ਸਪੋਰਟ ਕਰੀਏ, ਅਸੀਂ ਹੋਰ ਲੋਕਾਂ ਨੂੰ ਇਸ ਬਾਰੇ ਦੱਸੀਏ। ਮੈਂ ਕਾਲਜ ਵਿੱਚ ਪੜ੍ਹਦੀ ਹਾਂ ਹਲੇ ਤੇ ਮੈਂ ਉੱਥੇ ਲੋਕਾਂ ਨੂੰ ਜ਼ਿਆਦਾ ਇਸ ਬਾਰੇ ਪਤਾ ਨਹੀਂ ਹੈ ਤੇ ਇਹ ਸਾਡੀ ਡਿਊਟੀ ਹੈ ਕਿ ਅਸੀਂ ਆਪਣੀ ਕੌਮ ਦੇ ਵਾਰਿਸ ਹੋ ਕੇ ਲੋਕਾਂ ਨੂੰ ਅਵੇਅਰ ਕਰੀਏ ਇਸ ਬਾਰੇ ਕਿ ਕੀ ਹੋ ਰਿਹਾ ਹੈ, ਕੀ ਗਲਤ ਕੀ ਹੋ ਰਿਹਾ ਹੈ ਤੇ ਸਹੀ ਕੀ ਹੋਣਾ ਚਾਹੀਦਾ ਹੈ। ਤੇ ਫਿਰ ਕਿਵੇਂ ਅਵੇਅਰ ਕੀਤਾ, ਕੀ ਗਲਤ ਹੋ ਰਿਹਾ, ਕੀ ਅਹਿਸਾਸ ਕਰਦੇ ਹੋ, ਕੀ ਮੰਨਦੇ ਹੋ ਵੀ ਗਲਤ ਕੀ ਹੋ ਰਿਹਾ ਜੀ? ਗਲਤ ਇਹ ਹੋ ਰਿਹਾ ਕਿ ਉਹਨਾਂ ਨੂੰ 20 ਸਾਲਾਂ ਦੀ ਉਹਨਾਂ ਦੀ ਜਿਹੜੀ ਜੇਲ੍ਹ ਸੀ ਉਹ ਤੋਂ ਜ਼ਿਆਦਾ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਹੈ ਤੇ ਬਿਲਕੁਲ ਗਲਤ ਹੈ। ਇਹ ਬਿਲਕੁਲ ਕਾਨੂੰਨ ਗਲਤ ਕਰ ਰਹੇ ਨੇ ਤੇ ਇਸ ਲਈ ਮੈਂ ਵੀ ਆਪਣੇ ਜੋ ਮੇਰੇ ਨਾਲ ਦੇ ਸਟੂਡੈਂਟਸ ਹੈਗੇ ਨੇ ਉਹਨਾਂ ਨੂੰ ਅਵੇਅਰ ਕਰ ਰਹੀ ਹਾਂ ਕਿ ਉਹ ਤੁਸੀਂ ਵੀ ਆਓ, ਇੱਥੇ ਆ ਕੇ ਆਪਣਾ ਯੋਗਦਾਨ ਦਿਓ ਤੇ ਇੱਥੇ ਆ ਕੇ ਵੇਖੋ ਕਿ ਕਿਵੇਂ ਸ਼ਾਂਤਮਈ ਤਰੀਕੇ ਨਾਲ ਵੀ ਜੰਗ ਨੂੰ ਜਿੱਤਿਆ ਜਾ ਸਕਦਾ ਹੈ। ਤੇ ਜਿਹੜੇ ਸਾਡੇ ਲੀਡਰ ਨੇ ਜੀ ਉਹਨਾਂ ਨੂੰ ਕੀ ਕਹੋਗੇ? ਕਿਉਂਕਿ ਲੀਡਰ ਲਗਾਤਾਰ ਕਹਿੰਦੇ ਤਾਂ ਰਹੇ ਨੇ, ਜਾਂ ਹੁਣ ਵੀ ਸਾਡੇ ਜਿਹੜੇ ਲੀਡਰ ਨੇ ਸਿੱਖ ਲੀਡਰ, ਹੁਣ ਉਹ ਜਦੋਂ ਉਹਨਾਂ ਦੇ ਹੱਥ ਕੋਈ ਗੱਦੀ ਨਹੀਂ ਰਹੀ, ਜਦੋਂ ਤਾਂ ਪਾਵਰ 'ਚ ਸੀਗੇ ਲੋਕ ਕਹਿੰਦੇ ਵੀ ਉਦੋਂ ਬਹੁਤ ਕੁਝ ਕਰ ਸਕਦੇ ਸੀ, ਪਰ ਅੱਜ ਕੱਲ੍ਹ ਜਿਹੜੇ ਹੈਗੇ ਆ ਉਹ ਸਿਰਫ ਇੱਕ ਆਵਾਜ਼ ਹੀ ਬੁਲੰਦ ਕਰ ਪਾ ਰਹੇ ਆ, ਹੋਰ ਉਹਨਾਂ ਦੇ ਹੱਥ ਕੁਝ ਨਹੀਂ ਹੈਗਾ ਜੀ। ਹਾਂਜੀ, ਉਹਨਾਂ ਦੇ ਹੱਥ ਅੱਜ ਉਹ ਕੁਝ ਕਰਨ ਨਹੀਂ ਇੰਟਰਸਟਿਡ ਹੀ ਨਹੀਂ ਨੇ ਤੇ ਇਹ ਸਾਡੀ ਡਿਊਟੀ ਹੈ ਹੁਣ ਕਿ ਅਸੀਂ ਉੱਠ ਕੇ ਉਹਨਾਂ ਨੂੰ ਜਾਗਰੂਕ ਕਰੀਏ, ਉਹਨਾਂ ਨੂੰ ਆਵਾਜ਼ ਮਾਰੀਏ ਕਿ ਉਹ ਉੱਠਣ ਤੇ ਆਪਣੀ ਕੌਮ ਲਈ ਕੁਝ ਕਰਨ। ਬਿਲਕੁਲ। ਸੋ ਇਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਵੀ ਇਹ ਸੰਜੀਦਾ ਨੇ ਜਾਂ ਇਸ
ਜੋ ਸਾਰਾ ਘਟਨਾਕ੍ਰਮ ਹੋਇਆ ਹੈ ਜਾਂ ਇਹਦੇ ਲਈ ਪੂਰੀ ਤਰ੍ਹਾਂ ਦੇ ਨਾਲ ਇਹਦੇ 'ਚ ਰੁਚੀ ਵੀ ਰੱਖਦੇ ਨੇ। ਇਸ ਕਰਕੇ ਇਹਨਾਂ ਦੇ ਜਿਹੜੇ ਆਪਾਂ ਫੀਲਿੰਗ ਦੇਖੀਆਂ ਹੈ, ਅਸੀਂ ਮਹਿਸੂਸ ਕੀਤਾ ਹੈ ਵੀ ਇਹਨਾਂ ਭੈਣਾਂ ਨੇ ਕੋਈ ਦਿਲੋਂ ਇਹਨਾਂ ਦੇ ਲਈ ਦਰਦ ਹੈ, ਇਹਨਾਂ ਦੇ ਦਿਲ ਦੇ ਵਿੱਚ ਪੰਜਾਬ ਦੇ ਲਈ ਦਰਦ ਹੈ, ਆਪਣੇ ਵੀਰਾਂ ਦੇ ਲਈ ਦਰਦ ਹੈ, ਸਿੱਖੀ ਦੇ ਲਈ ਦਰਦ ਹੈ, ਸਿੱਖਾਂ ਦੇ ਲਈ ਦਰਦ ਹੈ। ਤਾਂ ਉਸ ਦਰਦ ਦੇ ਕਰਕੇ ਇਹ ਦਿੱਲੀ ਤੋਂ ਚੱਲ ਕੇ ਆਏ ਆ ਤੇ ਬਾਕੀ ਲੋਕਾਂ ਨੂੰ ਵੀ ਇਹਨਾਂ ਨੇ ਅਪੀਲ ਕੀਤੀ ਆ ਵੀ ਜ਼ਰੂਰ ਇਸ ਮੋਰਚੇ ਦੇ ਵਿੱਚ ਪਹੁੰਚੀਏ। ਤੇ ਇੱਕ ਭੈਣ ਨੇ, ਸਾਡੀ ਛੋਟੀ ਬੱਚੀ ਨੇ ਇੱਕ ਬੇਨਤੀ ਇਹ ਵੀ ਕੀਤੀ ਹੈ ਵੀ ਇਸ ਮੋਰਚੇ ਦੇ ਵਿੱਚ ਹੁਣ ਤਲਵਾਰਾਂ ਦੀ ਨਹੀਂ ਗੱਲ, ਜ਼ਫਰਨਾਮੇ ਦੇ ਤਰੀਕੇ ਨਾਲ ਕਰਨੀ ਪੈਣੀ ਹੈ ਵੀ ਕਿਉਂਕਿ ਜਿਹੜਾ ਇਹ ਯੁੱਗ ਹੈ, ਇਹ ਸੰਵਿਧਾਨ ਹੈ, ਲੋਕਤੰਤਰੀ ਦੇਸ਼ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਵੀ ਗੱਲਾਂ ਸਾਹਮਣੇ ਆਉਂਦੀਆਂ ਵੀ ਜਦੋਂ ਤਾਂ ਸਿੱਖਾਂ ਦੇ ਉੱਤੇ ਪਰਚੇ ਪਾਉਣੇ ਹੁੰਦੇ ਆ ਉਦੋਂ ਤਾਂ ਲੋਕਤੰਤਰੀ ਦਾ ਹਵਾਲਾ ਦਿੱਤਾ ਜਾਂਦਾ ਹੈ, ਨਹੀਂ ਤਾਂ ਫਿਰ ਧੱਕੇਸ਼ਾਹੀ ਵੀ ਬਹੁਤ ਹੁੰਦੀ ਹੈ। ਪਰ ਚਲੋ ਫਿਰ ਵੀ ਇਸ ਭੈਣ ਨੇ ਗੱਲ ਕੀਤੀ ਆ ਵੀ ਕਲਮਾਂ ਦੇ ਨਾਲ ਵਾਰ ਕਰਨੇ ਪੈਣਗੇ, ਇਹ ਵਾਰ ਇੰਨੇ ਤਿੱਖੇ ਹੋਣ ਕਿ ਸਰਕਾਰਾਂ ਨੂੰ ਇਹਨਾਂ ਦੇ ਅੱਗੇ ਝੁਕਣਾ ਪੈ ਜੇ। ਤਾਂ ਹੁਣ ਵੇਖਣਾ ਹੋਊਗਾ ਵੀ ਇਹ ਮੋਰਚੇ ਦੇ ਲਈ ਸਰਕਾਰ ਕਦੋਂ ਤੱਕ ਝੁਕਦੀ ਹੈ ਤੇ ਕੀ ਫੈਸਲਾ ਲੈਂਦੀ ਹੈ। ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।